ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਅਤੇ Facebook ਪੇਜ ਬਲਜੀਤ ਸਿੰਘ ਦਿੱਲੀ ਤੇ ਬਹੁਤ-ਬਹੁਤ ਸਵਾਗਤ ਹੈ। ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ 9 ਨੰਬਰ ਸ਼ਲੋਕ ਦੀ ਵਿਚਾਰ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਬੀਰ ਸੋਈ ਮਾਰੀਐ ਜਿਹੇ ਮੂਐ ਸੁਖ ਹੋਏ, ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਈ। ਕਬੀਰ ਜੀ ਬੜੀ ਹੀ ਪਿਆਰੀ ਵਿਚਾਰ ਇਸ ਸ਼ਲੋਕ ਦੇ ਵਿੱਚ ਸਾਡੇ ਸਾਹਮਣੇ ਰੱਖਦੇ ਨੇ। ਪਿਛਲਾ ਸ਼ਲੋਕ ਜਿਹੜਾ ਆਪਾਂ ਵਿਚਾਰਿਆ ਸੀਗਾ, ਪਿਛਲੇ ਸ਼ਲੋਕ ਦੇ ਵਿੱਚ ਭੈੜੀ ਵਿਚਾਰਧਾਰਾ ਦਾ ਜ਼ਿਕਰ ਹੋਇਆ ਸੀਗਾ। ਪਿਛਲਾ ਸ਼ਲੋਕ ਸੀ ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਤੇ ਆਪਾਂ ਸਮਝਿਆ ਸੀ ਵੀ ਕਿਸ ਦੇ ਆਉਣ ਦਾ ਜ਼ਿਕਰ ਹੁੰਦਾ ਪਿਆ ਹੈ। ਭੈੜੀ ਵਿਚਾਰਧਾਰਾ ਦੇ ਆਉਣ ਦਾ ਜ਼ਿਕਰ ਹੋ ਰਿਹਾ ਵੀ ਭੈੜੀ ਵਿਚਾਰਧਾਰਾ ਜਿਹੜੀ ਹੈ ਉਹ ਅਨੇਕਾਂ ਤਰੀਕਿਆਂ ਦੇ ਨਾਲ ਮੇਰੇ ਉੱਤੇ ਅਟੈਕ ਕਰਨ ਵਾਸਤੇ ਆਉਂਦੀ ਹੈ, ਤੇ ਆਪਾਂ ਸਮਝਿਆ ਸੀਗਾ ਕਿ ਭੈੜੀ ਵਿਚਾਰਧਾਰਾ ਤੋਂ ਬਚਣਾ ਕਿਵੇਂ ਹੈ। ਤੇ ਅੱਜ ਦੇ ਸ਼ਲੋਕ ਦੇ ਵਿੱਚ ਵੀ ਭਗਤ ਕਬੀਰ ਜੀ ਨੇ ਭੈੜੀ ਵਿਚਾਰਧਾਰਾ ਦੀ ਹੀ ਗੱਲ ਕੀਤੀ ਹੈ ਤੇ ਸਾਨੂੰ ਕੁਝ ਸਮਝਾ ਰਹੇ ਨੇ। ਕਹਿੰਦੇ ਨੇ ਕਬੀਰ ਸੋਈ ਮਾਰੀਐ, ਹੇ ਕਬੀਰ ਸੋਈ। ਸੋਈ ਦਾ ਭਾਵ ਇੱਥੇ ਕੀ ਹੈ? ਭੈੜੀ ਵਿਚਾਰਧਾਰਾ। ਪਿਛਲੇ ਸ਼ਲੋਕ ਦੇ ਨਾਲ ਮਿਲਾ ਕੇ ਹੀ ਇਸ ਸ਼ਲੋਕ ਨੂੰ ਵਿਚਾਰਿਆ ਜਾਵੇਗਾ। ਜਿਨ੍ਹਾਂ ਵੀਰਾਂ ਭੈਣਾਂ ਨੇ ਪਿਛਲੇ ਸ਼ਲੋਕ ਦੀ ਵਿਚਾਰ ਨੂੰ ਨਹੀਂ ਸੁਣਿਆ, ਮੈਂ ਉੱਪਰ ਆਈ ਬਟਨ ਦੇ ਵਿੱਚ ਉਸ ਸ਼ਲੋਕ ਦਾ ਲਿੰਕ ਦੇ ਦਿਆਂਗਾ, ਤੁਸੀਂ ਆਪ ਜਾ ਕੇ ਉਸ ਵਿਚਾਰ ਨੂੰ ਸੁਣਿਓ। ਵੈਸੇ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਪਿਛਲੇ ਬਾਕੀ ਦੇ 8 ਸ਼ਲੋਕ ਨਹੀਂ ਸੁਣੇ, ਉਹਨਾਂ ਸਾਰੇ ਸ਼ਲੋਕਾਂ ਦੀ ਵਿਚਾਰ ਨੂੰ ਵੀ ਸੁਣ ਲੈਣ, ਤਾਂ ਕਿ ਲੜੀ ਜਿਹੜੀ ਹੈ ਉਹਨਾਂ ਨੂੰ ਸਾਰੀ ਦੀ ਸਾਰੀ ਸਮਝ ਆ ਸਕੇ। ਖੈਰ, ਪਿਛਲੇ ਸ਼ਲੋਕ ਦਾ ਲਿੰਕ ਆਈ ਬਟਨ ਦੇ ਵਿੱਚ ਦਿੱਤਾ ਹੋਇਆ ਹੈ, ਉੱਥੇ ਜਾ ਕੇ ਤੁਸੀਂ ਇਸ ਵਿਚਾਰ ਨੂੰ ਜ਼ਰੂਰ ਸੁਣਿਓ। ਕਬੀਰ ਸੋਈ ਮਾਰੀਐ, ਹੇ ਕਬੀਰ, ਭੈੜੀ ਵਿਚਾਰਧਾਰਾ ਜਿਹੜੀ ਹੈ ਨਾ ਉਹਨੂੰ ਮਾਰਨਾ ਚਾਹੀਦਾ ਹੈ। ਕਬੀਰ ਸੋਈ ਮਾਰੀਏ ਦਾ ਅਰਥ ਹੈ ਹੇ ਕਬੀਰ। ਕਬੀਰ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਜਿਹੜੀ ਭੈੜੀ ਵਿਚਾਰਧਾਰਾ ਹੈ ਨਾ ਇਸ ਬ੍ਰੇਨ ਦੇ ਵਿੱਚ ਪਈ ਹੋਈ ਹੈ, ਜਾਂ ਜਿਹੜੇ ਭੈੜੇ ਵਿਚਾਰ ਮੈਨੂੰ ਆਉਂਦੇ ਨੇ ਇਸ ਬ੍ਰੇਨ ਦੇ ਵਿੱਚ, ਉਹਨਾਂ ਭੈੜੇ ਵਿਚਾਰਾਂ ਨੂੰ ਮਾਰਨਾ ਚਾਹੀਦਾ ਹੈ। ਕਿਉਂਕਿ ਜਦੋਂ ਇਹ ਮਰ ਜਾਣਗੇ ਤੇ ਹੋਏਗਾ ਕਿ ਜਿਹੇ ਮੂਏ, ਜਿਹੇ ਮੂਏ ਦਾ ਅਰਥ ਹੈ ਭੈੜੇ ਵਿਚਾਰਾਂ ਦੇ ਮਰਨ ਦੇ ਨਾਲ ਹੋਵੇਗਾ ਕਿ ਜਿਹੇ ਮੂਏ ਸੁੱਖ ਹੋਏ, ਤਾਂ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਵੇਗਾ, ਜ਼ਿੰਦਗੀ ਦੇ ਵਿੱਚ ਚੈਨ ਆ ਜਾਵੇਗਾ, ਆਨੰਦ ਆ ਜਾਵੇਗਾ, ਚੜ੍ਹਦੀ ਕਲਾ ਆ ਜਾਵੇਗੀ। ਹੁਣ ਗੌਰ ਕਰਿਓ, ਮਾਰਨ ਦਾ ਜ਼ਿਕਰ ਹੋ ਰਿਹਾ ਹੈ ਕਿ ਭੈੜੇ ਵਿਚਾਰਾਂ ਨੂੰ ਮਾਰਨਾ ਹੈ। ਹੁਣ ਭੈੜੇ ਵਿਚਾਰਾਂ ਨੂੰ ਮਾਰਿਆ ਕਿਵੇਂ ਜਾਵੇ? ਸਵਾਲ ਇਹ ਪੈਦਾ ਹੁੰਦਾ ਹੈ। ਚਾਕੂ ਦੇ ਨਾਲ ਮਾਰਾਂਗੇ, ਬੰਦੂਕ ਦੀ ਗੋਲੀ ਦੇ ਨਾਲ ਮਾਰਾਂਗੇ, ਟੈਂਕ ਲੈ ਕੇ ਆਈਏ, ਤੋਪ ਲੈ ਕੇ ਆਈਏ, ਕਿਵੇਂ ਮਾਰੀਏ ਭੈੜੇ ਵਿਚਾਰ? ਵੇਖੋ, ਬਾਹਰਲੀ ਤੇ ਕਿਸੇ ਚੀਜ਼ ਦੇ ਨਾਲ ਇਹ ਭੈੜੇ ਵਿਚਾਰ ਮਰਨੇ ਨਹੀਂ। ਕਰਨਾ ਕੀ ਪੈਣਾ ਹੈ? ਜੇਕਰ ਭੈੜੇ ਵਿਚਾਰਾਂ ਨੂੰ ਮਾਰਨਾ ਹੈ, ਭੈੜੀ ਵਿਚਾਰਧਾਰਾ ਨੂੰ ਜੀਵਨ ਦੇ ਵਿੱਚੋਂ ਖਤਮ ਕਰਨਾ ਹੈ, ਤੇ ਚੰਗੀ ਵਿਚਾਰਧਾਰਾ ਨੂੰ ਜੀਵਨ ਦੇ ਵਿੱਚ ਉਜਾਗਰ ਕਰਨਾ ਪਵੇਗਾ। ਬਸ ਇਹੀ ਤਰੀਕਾ ਹੈ। ਚੰਗੀ ਵਿਚਾਰਧਾਰਾ ਜੀਵਨ ਦੇ ਵਿੱਚ ਪੈਦਾ ਹੋ ਜਾਵੇਗੀ ਤੇ ਭੈੜੀ ਵਿਚਾਰਧਾਰਾ ਜਿਹੜੀ ਹੈ, ਭੈੜੇ ਥਾਟਸ ਜਿਹੜੇ ਨੇ, ਇਹ ਆਪੇ ਹੀ ਮਰ ਜਾਣਗੇ। ਜਦ ਤੱਕ ਸਾਡੇ ਜੀਵਨ ਦੇ ਵਿੱਚ ਚੰਗੀ ਵਿਚਾਰਧਾਰਾ ਪੈਦਾ ਨਹੀਂ ਹੁੰਦੀ, ਤਦ ਤੱਕ ਭੈੜੀ ਵਿਚਾਰਧਾਰਾ ਜਿਹੜੀ ਹੈ, ਇਹ ਭੈੜੇ ਥਾਟਸ, ਭੈੜੇ ਖਿਆਲ, ਭੈੜੇ ਵਿਚਾਰ ਜਿਹੜੇ ਨੇ, ਇਹ ਮਰਨ ਵਾਲੇ ਨਹੀਂ, ਇਹ ਜਿਉਂਦੇ ਹੀ ਰਹਿਣਗੇ। ਤਾਈਓ ਤੇ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਗੱਲ ਕਹੀ ਨਾ ਆਪਣੇ ਸ਼ਲੋਕ ਦੇ ਵਿੱਚ। ਉਹ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਹੇ ਫਰੀਦ ਤੂੰ ਬੁਰੇ ਦਾ ਨਾ ਭਲਾ ਕਰ। ਹੁਣ ਗੌਰ ਕਰਿਓ, ਜਦੋਂ ਇਹ ਸ਼ਲੋਕ ਵੀ ਸਾਡੇ ਸਾਹਮਣੇ ਆਉਂਦਾ ਹੈ ਤੇ ਅਸੀਂ ਕੁਝ ਇੰਜ ਸੋਚਣ ਲੱਗ ਪੈਂਦੇ ਆ ਕਿ ਕੋਈ ਬੁਰਾ ਬੰਦਾ ਹੈ ਜਿਨੇ ਮਾੜੇ ਕੰਮ ਕੀਤੇ ਹੋਏ ਨੇ, ਸਾਨੂੰ ਉਹਦਾ ਵੀ ਭਲਾ ਕਰਨਾ ਚਾਹੀਦਾ ਹੈ। ਅਸੀਂ ਇਸ ਤਰੀਕੇ ਦੇ ਨਾਲ ਇਸ ਸ਼ਲੋਕ ਦੇ ਅਰਥ ਕਰਨ ਲੱਗ ਪੈਂਦੇ ਆ। ਪਰ ਗੌਰ ਕਰਿਓ, ਜਿਸ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਬੁਰੇ ਕੰਮ ਕੀਤੇ ਨੇ, ਮੰਨ ਲਓ ਕਿਸੇ ਨੇ ਚੋਰੀ ਕੀਤੀ ਹੈ,
ਠੱਗੀ ਮਾਰੀ ਹੈ, ਕਿਸੇ ਦਾ ਰੇਪ ਕੀਤਾ ਹੈ, ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਦਾ ਭਲਾ ਕਰੀਏ? ਮੰਨ ਲਓ ਇੱਕ ਬੰਦਾ ਰੇਪ ਕਰਕੇ ਆਇਆ ਤੇ ਅਸੀਂ ਕਹੀਏ ਜੀ ਇਹਦਾ ਭਲਾ ਕਰਨਾ ਚਾਹੀਦਾ ਹੈ, ਇਹਨੂੰ ਕਿਤੇ ਪੁਲਿਸ ਨਾ ਪਕੜ ਕੇ ਲੈ ਜਾਵੇ ਤੇ ਇਹਨੂੰ ਕਿਸੇ ਸੇਫ ਜਗ੍ਹਾ ਦੇ ਉੱਤੇ ਲੁਕਾ ਦਿਓ, ਛੁਪਾ ਦਿਓ, ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ? ਕਿਸੇ ਦੇ ਘਰ ਦੇ ਵਿੱਚ ਚੋਰੀ ਹੋ ਜਾਵੇ ਕਿ ਉਹਨੂੰ ਇਹ ਕਰਨਾ ਚਾਹੀਦਾ ਹੈ ਕਿ ਉਹ ਪੁਲਿਸ ਸਟੇਸ਼ਨ ਜਾ ਕੇ ਚੋਰਾਂ ਦੀ ਰਿਪੋਰਟ ਨਾ ਲਿਖਾ ਕੇ ਆਵੇ, ਕਿਉਂਕਿ ਫਰੀਦ ਜੀ ਕਹਿ ਰਹੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ, ਵੀ ਜਿਹੜਾ ਬੰਦਾ ਬੁਰਾ ਹੈ ਨਾ ਉਹਦਾ ਭਲਾ ਕਰਨਾ ਚਾਹੀਦਾ ਹੈ। ਕੀ ਇਹਦੇ ਅਰਥ ਇਹ ਨੇ? ਸੱਚ ਕਰਕੇ ਜਾਣਿਓ, ਇਸ ਪੰਕਤੀ ਦੇ ਅਰਥ ਇਹ ਨਹੀਂ ਹੈਗੇ, ਕਿਉਂਕਿ ਜੇਕਰ ਅਸੀਂ ਇਸ ਪੰਕਤੀ ਦੇ ਇਹ ਅਰਥ ਕਰਾਂਗੇ ਤੇ ਅਸੀਂ ਕ੍ਰਾਈਮ ਨੂੰ ਸ਼ਹਿ ਦੇਵਾਂਗੇ, ਅਸੀਂ ਗੁੰਡੇ ਲੋਕਾਂ ਨੂੰ, ਬਦਮਾਸ਼ ਲੋਕਾਂ ਨੂੰ ਸ਼ਹਿ ਦੇਵਾਂਗੇ ਕਿ ਤੁਸੀਂ ਮਾੜੇ ਕੰਮ ਕਰੀ ਜਾਓ ਤੇ ਅਸੀਂ ਤੁਹਾਡੇ ਨਾਲ ਖਲੋਤੇ ਹੋਏ ਆ, ਤੁਸੀਂ ਬੁਰੇ ਕੰਮ ਕਰੋਗੇ ਪਰ ਅਸੀਂ ਤੇ ਵੇਖੋ ਤੁਹਾਡਾ ਭਲਾ ਕਰਨਾ ਹੀ ਕਰਨਾ ਹੈ। ਇਹਦੇ ਅਰਥ ਇਹ ਨਹੀਂ ਹੈਗੇ। ਇਹਦੇ ਅਰਥ ਕੀ ਨੇ? ਫਰੀਦਾ ਬੁਰੇ ਦਾ ਭਲਾ ਕਰ। ਹੇ ਫਰੀਦ, ਜਿਹੜੇ ਤੇਰੇ ਅੰਦਰ ਬੁਰੇ ਵਿਚਾਰ ਪਏ ਹੋਏ ਨੇ ਨਾ, ਭੈੜੇ ਵਿਚਾਰ ਜਿਹੜੇ ਤੇਰੇ ਅੰਦਰ ਪਏ ਨੇ, ਬੁਰੇ ਥਾਟਸ ਤੇਰੇ ਅੰਦਰ ਪਏ ਨੇ, ਤੂੰ ਕਰਨਾ ਕੀ ਹੈ? ਉਹਨਾਂ ਨੂੰ ਭਲਾਈ ਵਾਲੀ ਵਿਚਾਰ ਦੇ ਵਿੱਚ, ਭਲੇ ਵਿਚਾਰਾਂ ਦੇ ਵਿੱਚ ਤਬਦੀਲ ਕਰਨਾ ਹੈ। ਕਹਿਣ ਦਾ ਭਾਵ ਇਹੀ ਹੈ ਕਿ ਬੁਰੇ ਵਿਚਾਰਾਂ ਨੂੰ ਪਾਸੇ ਕਰਨਾ ਹੈ ਤੇ ਅੰਦਰ ਚੰਗੇ ਵਿਚਾਰਾਂ ਨੂੰ ਉਜਾਗਰ ਕਰਨਾ ਹੈ। ਜਿੱਦਾਂ ਜਿੱਦਾਂ ਚੰਗੇ ਵਿਚਾਰ ਉਜਾਗਰ ਹੁੰਦੇ ਜਾਂਦੇ ਨੇ, ਭੈੜੇ ਵਿਚਾਰ ਆਪੇ ਹੀ ਮਰਦੇ ਜਾਂਦੇ ਨੇ। ਠੀਕ ਹੈ? ਬੁਰੇ ਦਾ ਭਲਾ ਕਰਦਾ ਕੀ ਅਰਥ ਹੈ? ਬੁਰੇ ਵਿਚਾਰਾਂ ਨੂੰ ਭਲਾਈ ਵਾਲੇ ਵਿਚਾਰਾਂ ਦੇ ਵਿੱਚ ਤਬਦੀਲ ਕਰਨਾ ਹੈ। ਭਾਵ ਜਿੱਥੇ ਅਜੇ ਤੱਕ ਮੇਰੇ ਜੀਵਨ ਦੇ ਵਿੱਚ ਬੁਰੇ ਵਿਚਾਰ ਨੇ, ਹੁਣ ਮੈਂ ਉਦਮ ਕਰਨਾ ਹੈ ਕਿ ਮੇਰੇ ਜੀਵਨ ਦੇ ਵਿੱਚ ਚੰਗੇ ਵਿਚਾਰ ਆ ਜਾਣ। ਤੇ ਜਦੋਂ ਜੀਵਨ ਦੇ ਵਿੱਚ ਚੰਗੇ ਵਿਚਾਰ ਆ ਜਾਣਗੇ ਫਿਰ ਹੋਏਗਾ ਕੀ? ਭੈੜੇ ਵਿਚਾਰ ਮਰ ਗਏ, ਕਬੀਰ ਸੋਈ ਮਾਰੀ ਹੈ। ਤਾਂ ਹੀ ਤਾਂ ਕਿਹਾ ਨਾ, ਹੇ ਕਬੀਰ, ਭੈੜੇ ਵਿਚਾਰਾਂ ਨੂੰ ਆਪਣੇ ਅੰਦਰੋਂ ਮਾਰ ਦੇ। ਭਾਵ ਚੰਗੇ ਵਿਚਾਰਾਂ ਨੂੰ ਆਪਣੇ ਅੰਦਰ ਪੈਦਾ ਕਰ ਲੈ। ਚੰਗੇ ਵਿਚਾਰ ਪ੍ਰਗਟ ਹੋਏ, ਭੈੜੇ ਵਿਚਾਰ ਮਰ ਗਏ। ਤੇ ਜਦੋਂ ਭੈੜੇ ਵਿਚਾਰ ਮਰਦੇ ਨੇ ਫਿਰ ਹੁੰਦਾ ਕੀ ਹੈ? ਜਿਹੇ ਮੂਏ ਸੁੱਖ ਹੋਏ। ਭੈੜੇ ਵਿਚਾਰਾਂ ਦੇ ਮਰਨ ਦੇ ਨਾਲ ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ, ਜੀਵਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਟਿਕਾ ਆ ਜਾਂਦਾ ਹੈ। ਵੇਖੋ ਦੁਨੀਆ ਦੇ ਲੋਕ ਸੁੱਖ ਕਿੱਥੇ ਲੱਭਦੇ ਫਿਰਦੇ ਨੇ? ਦੁਨੀਆ ਦੇ ਲੋਕ ਸੁੱਖ ਲੱਭਦੇ ਨੇ ਬਾਹਰਲੀਆਂ ਚੀਜ਼ਾਂ ਦੇ ਵਿੱਚ। ਬੰਦਾ ਕਹਿੰਦਾ ਮੇਰਾ ਘਰ ਬੜਾ ਆਲੀਸ਼ਾਨ ਬਣ ਜਾਵੇ ਮੈਂ ਤਾਂ ਸੁਖੀ ਹੋ ਜਾਵਾਂਗਾ, ਮੇਰੇ ਕੋਲ ਵੱਡੀ ਗੱਡੀ ਆ ਜਾਵੇ ਮੈਂ ਤਾਂ ਸੁਖੀ ਹੋ ਜਾਵਾਂਗਾ, ਮੇਰੇ ਘਰ ਪੁੱਤਰ ਪੈਦਾ ਹੋ ਜਾਵੇ ਮੈਂ ਤਾਂ ਸੁਖੀ ਹੋ ਜਾਵਾਂਗਾ, ਮੇਰਾ ਬੈਂਕ ਬੈਲੈਂਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋ ਜਾਵੇ ਮੈਂ ਤਾਂ ਸੁਖੀ ਹੋ ਜਾਵਾਂਗਾ। ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਲੱਭਦੇ ਨੇ, ਪਰ ਸੱਚ ਕਰਕੇ ਜਾਣਿਓ, ਬਾਹਰਲੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਮਨੁੱਖ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਕੋਲ ਨਾ ਬਹੁਤ ਧਨ ਹੈ, ਬਹੁਤ ਪੈਸਾ ਹੈ, ਬਹੁਤ ਆਲੀਸ਼ਾਨ ਮਕਾਨ ਨੇ, ਬਹੁਤ ਗੱਡੀਆਂ ਨੇ, ਬੈਂਕ ਬੈਲੈਂਸ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਦੁਖੀ ਨੇ, ਫਿਰ ਵੀ ਪਰੇਸ਼ਾਨ ਨੇ। ਸੁੱਖ ਉਹਨਾਂ ਦੇ ਪੱਲੇ ਨਹੀਂ ਹੈਗਾ। ਪਤਾ ਕਿਉਂ? ਕਿਉਂਕਿ ਸੁੱਖ ਜਿਹੜਾ ਹੈ ਨਾ ਉਹ ਕਿਸੇ ਬਾਹਰਲੀ ਚੀਜ਼ ਦੇ ਵਿੱਚ ਨਹੀਂ ਰੱਖਿਆ ਹੋਇਆ। ਸੁੱਖ ਕਿਸੇ ਬਾਹਰਲੀ ਚੀਜ਼ ਦੇ ਵਿੱਚ ਨਹੀਂ ਹੈ। ਸੁੱਖ ਕਿੱਥੇ ਹੈ? ਸੁੱਖ ਹੈ ਚੰਗੀਆਂ ਵਿਚਾਰਾਂ ਦੇ ਵਿੱਚ ਲੁਕਿਆ ਹੋਇਆ। ਜੇ ਮੇਰੇ ਕੋਲ ਚੰਗੇ ਵਿਚਾਰ ਨੇ, ਜੇ ਮੇਰੇ ਕੋਲ ਚੰਗੇ ਗੁਣ ਨੇ, ਜੇ ਮੇਰੇ ਕੋਲ ਸੰਤੋਖ ਹੈ, ਦਇਆ ਹੈ, ਧੀਰਜ ਹੈ, ਇਮਾਨਦਾਰੀ ਹੈ, ਤਾਂ ਮੈਂ ਸੁਖੀ ਹਾਂ। ਤੇ ਜੇ ਮੇਰੇ ਕੋਲ ਔਗਣ ਨੇ, ਭੈੜੇ ਵਿਚਾਰ ਨੇ, ਤਾਂ ਮੈਂ ਦੁਖੀ ਹਾਂ। ਇਹ ਸਿੱਧੀ ਸਾਦੀ ਜੀ ਵਿਚਾਰ ਹੈ। ਜੇ ਕੇਵਲ ਬਾਹਰਲੀਆਂ ਚੀਜ਼ਾਂ ਦੇ ਨਾਲ ਹੀ ਲੋਕ ਸੁਖੀ ਹੁੰਦੇ ਨਾ, ਤੇ ਫਿਰ ਅੱਜ ਜਿਹੜੇ ਅਮੀਰ ਲੋਕ ਨੇ ਨਾ ਉਹ ਤੇ ਕਦੀ ਦੁਖੀ ਹੁੰਦੇ ਹੀ ਨਾ, ਉਹ ਕਦੀ ਡਿਪਰੈਸ਼ਨ ਦੇ ਵਿੱਚ ਜਾਂਦੇ ਹੀ ਨਾ, ਉਹਨਾਂ ਦੇ ਉੱਤੇ ਸਟ੍ਰੈਸ ਜਿਹੜੀ ਹੈ ਉਹ ਹਾਵੀ ਹੁੰਦੀ ਨਾ, ਉਹ ਚਿੰਤਾ ਦੇ ਸ਼ਿਕਾਰ ਹੁੰਦੇ ਹੀ ਨਾ। ਪਰ ਇਹ ਸਾਰੀਆਂ ਚੀਜ਼ਾਂ ਦੇ ਸ਼ਿਕਾਰ ਬੜੇ ਬੜੇ ਅਮੀਰ ਲੋਕ ਵੀ ਹੈਗੇ ਨੇ। ਕਾਰਨ ਕੀ ਹੈ? ਕਿਉਂਕਿ ਪੱਲੇ ਚੰਗੇ ਗੁਣ ਨਹੀਂ ਹੈਗੇ, ਪੱਲੇ ਚੰਗੀ ਵਿਚਾਰਧਾਰਾ ਨਹੀਂ ਹੈਗੀ। ਆ ਬੜੇ ਤੁਸੀਂ ਅਮੀਰ ਅਮੀਰ ਐਕਟਰਸ ਵੇਖੇ ਹੋਣਗੇ, ਐਕਟਰੈਸ ਵੇਖੀਆਂ ਹੋਣਗੀਆਂ, ਜਿਨ੍ਹਾਂ ਦੇ ਕੋਲ ਧਨ ਤੇ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਉਹ ਲੋਕ ਸੁਸਾਈਡ ਕਰ ਲੈਂਦੇ ਨੇ। ਕਾਰਨ ਕੀ ਹੈ? ਆਤਮ ਹੱਤਿਆ ਕਰਨ ਦੇ ਪਿੱਛੇ ਇਹੀ ਕਾਰਨ ਹੈ ਕਿਉਂਕਿ ਭੈੜੇ ਵਿਚਾਰ ਅੰਦਰ ਸੀਗੇ। ਭੈੜੇ ਵਿਚਾਰਾਂ ਨੇ ਆਖਿਆ ਮਰ ਜਾਣਾ ਚਾਹੀਦਾ ਹੈ ਤੇ ਮਰ ਗਿਆ ਜਾਂ ਮਰ ਗਈ। ਪਰ ਜੇ ਚੰਗੇ ਵਿਚਾਰ ਹੁੰਦੇ ਤੇ ਚੰਗੇ ਵਿਚਾਰ ਇਹ ਸਿਖਾਉਂਦੇ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਾਂ ਆ ਜਾਵੇ, ਪਰ ਸਾਨੂੰ ਚੰਗੇ ਪਾਸੇ ਨੂੰ ਉਦਮ ਕਰਨਾ ਬੰਦ ਨਹੀਂ ਕਰਨਾ ਚਾਹੀਦਾ। ਸਾਨੂੰ ਹਮੇਸ਼ਾ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ, ਉਦਮ ਕਰਦੇ ਰਹਿਣਾ ਚਾਹੀਦਾ ਹੈ। ਮੈਨੂੰ ਇੱਕ ਸਟੋਰੀ ਚੇਤੇ ਆਈ ਇਸੇ ਸੰਬੰਧ ਦੇ ਵਿੱਚ। ਇੱਕ ਬੀਬੀ ਸੀਗੀ
ਜਿਹੜੀ ਨਾ ਰੋਜ਼ਾਨਾ ਗਲੀਆਂ ਦੇ ਵਿੱਚ ਜਾਂਦੀ ਸੀ ਤੇ ਕੂੜਾ ਇਕੱਠਾ ਕਰਦੀ ਸੀਗੀ। ਕੂੜੇ ਤੋਂ ਭਾਵ ਪਲਾਸਟਿਕ ਦੀਆਂ ਬੋਤਲਾਂ ਉਹਨੇ ਇਕੱਠੀਆਂ ਕਰਨੀਆਂ, ਕਿਤੇ ਗਲੀਆਂ ਦੇ ਵਿੱਚ ਉਹਨੇ ਵੇਖਣੀਆਂ ਜਾ ਕੇ ਵੀ ਇੱਥੇ ਕੋਈ ਪਲਾਸਟਿਕ ਦੀ ਬੋਤਲ ਤੇ ਨਹੀਂ ਡਿੱਗੀ ਹੋਈ। ਉਹਨੇ ਪਲਾਸਟਿਕ ਇਕੱਠਾ ਕਰਨਾ ਤੇ ਪਲਾਸਟਿਕ ਇਕੱਠਾ ਕਰਨ ਤੋਂ ਬਾਅਦ ਉਹ ਕੀ ਕਰਦੀ ਸੀ, ਉਸ ਪਲਾਸਟਿਕ ਨੂੰ ਜਾ ਕੇ ਵੇਚ ਦਿੰਦੀ ਸੀ ਤੇ ਜਦੋਂ ਉਹ ਵੇਚਦੀ ਸੀ ਤੇ ਉਹਨੂੰ ਕੁਝ ਪੈਸਾ ਮਿਲਦਾ ਸੀਗਾ। ਉਸ ਬੀਬੀ ਦਾ ਰੋਜ਼ ਦਾ ਕੰਮ ਸੀਗਾ। ਇੱਕ ਦਿਨ ਉਹ ਬੀਬੀ ਗਲੀਆਂ ਦੇ ਵਿੱਚ ਜਾ ਰਹੀ ਹੈ, ਪਹਿਲੀ ਗਲੀ ਦੇ ਵਿੱਚ ਗਈ, ਪਲਾਸਟਿਕ ਇਕੱਠਾ ਕਰਦੀ ਪਈ ਸੀ। ਹੋਇਆ ਕਿ ਜਦੋਂ ਉਹ ਪਲਾਸਟਿਕ ਇਕੱਠਾ ਕਰ ਰਹੀ ਸੀ ਨਾ, ਉਸ ਗਲੀ ਦੇ ਵਿੱਚ ਕੁਝ ਕੁੱਤੇ ਸੀਗੇ, ਅਵਾਰਾ ਕੁੱਤੇ ਜਿਵੇਂ ਹੁੰਦੇ ਨੇ, ਉਹ ਨਾ ਉਸ ਬੀਬੀ ਦੇ ਉੱਤੇ ਭੌਂਕਣ ਲੱਗ ਪਏ। ਭੌਂਕੀ ਜਾ ਰਹੇ ਸੀ, ਭੌਂਕੀ ਜਾ ਰਹੇ ਸੀ, ਪਰ ਬੀਬੀ ਜਿਹੜੀ ਹੈ ਆਪਣੇ ਕੰਮ ਤੋਂ ਰੁਕੀ ਨਹੀਂ। ਜਿੰਨਾ ਕੁ ਪਲਾਸਟਿਕ ਉਹਨੂੰ ਉਸ ਗਲੀ ਦੇ ਵਿੱਚੋਂ ਮਿਲਿਆ, ਉਹਨੇ ਸਾਰੇ ਦਾ ਸਾਰਾ ਪਲਾਸਟਿਕ ਜਿਹੜਾ ਉਹ ਇਕੱਠਾ ਕਰ ਲਿਆ। ਕੁੱਤੇ ਭੌਂਕਦੇ ਰਹੇ, ਬੀਬੀ ਨੇ ਪਰਵਾਹ ਨਹੀਂ ਕੀਤੀ। ਉਹ ਬੀਬੀ ਦੂਜੀ ਗਲੀ ਦੇ ਵਿੱਚ ਗਈ। ਜਦੋਂ ਦੂਜੀ ਗਲੀ ਵਿੱਚ ਗਈ ਤੇ ਉੱਥੇ ਜਾ ਕੇ ਪਲਾਸਟਿਕ ਇਕੱਠਾ ਕਰਨ ਲੱਗੀ, ਉੱਥੇ ਵੀ ਕੁੱਤੇ ਸੀਗੇ ਤੇ ਉਹ ਕੁੱਤਿਆਂ ਨੇ ਉੱਥੇ ਵੀ ਭੌਂਕਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਬੀਬੀ ਤੀਜੀ ਗਲੀ ਦੇ ਵਿੱਚ ਗਈ, ਚੌਥੀ ਗਲੀ ਦੇ ਵਿੱਚ ਗਈ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, ਦਸਵੀਂ, ਬੀਬੀ ਨੇ ਜਿੰਨੀਆਂ ਵੀ ਗਲੀਆਂ ਦੇ ਵਿੱਚੋਂ ਪਲਾਸਟਿਕ ਇਕੱਠਾ ਕੀਤਾ, ਕੁੱਤੇ ਭੌਂਕਦੇ ਹੀ ਰਹੇ। ਹਰ ਗਲੀ ਦੇ ਵਿੱਚ 2-4 ਕੁੱਤੇ ਸੀਗੇ ਤੇ ਉਹ ਬੀਬੀ ਦੇ ਉੱਤੇ ਭੌਂਕਦੇ ਰਹੇ। ਪਰ ਬੀਬੀ ਉਹ ਬੜੀ ਉਦਮੀ ਸੀਗੀ, ਉਹਨੇ ਕੁੱਤਿਆਂ ਦੇ ਭੌਂਕਣ ਦੀ ਪਰਵਾਹ ਨਹੀਂ ਕੀਤੀ। ਉਹਨੇ ਆਪਣੇ ਕੰਮ ਦੇ ਵੱਲ ਫੋਕਸ ਕੀਤਾ ਕਿ ਮੈਂ ਪਲਾਸਟਿਕ ਇਕੱਠਾ ਕਰਨ ਆਈ ਹਾਂ ਤੇ ਮੈਂ ਪਲਾਸਟਿਕ ਇਕੱਠਾ ਕਰਨਾ ਹੀ ਕਰਨਾ ਹੈ। ਉਹਨੇ ਕੁੱਤਿਆਂ ਦੇ ਭੌਂਕਣ ਦੀ ਪਰਵਾਹ ਨਹੀਂ ਕੀਤੀ। ਉਹਨੇ 10 ਗਲੀਆਂ ਦੇ ਵਿੱਚੋਂ ਪਲਾਸਟਿਕ ਇਕੱਠਾ ਕੀਤਾ, ਲਿਜਾ ਕੇ ਵੇਚ ਦਿੱਤਾ ਤੇ ਉਹਨੂੰ ਪੈਸੇ ਮਿਲੇ। ਹੁਣ ਇਹ ਤੇ ਹੈ ਇੱਕ ਕਹਾਣੀ, ਪਰ ਇਸ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾ ਕੇ ਵੇਖਿਓ। ਜਦੋਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਵਾਸਤੇ ਨਿਕਲਦੇ ਆ ਨਾ, ਬੜੇ ਲੋਕ ਐਸੇ ਹੁੰਦੇ ਨੇ ਜਿਹੜੇ ਨਾ ਉਹਨਾਂ ਕੁੱਤਿਆਂ ਵਾਂਗ ਸਾਡੇ ਉੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਕਿਸੇ ਨਵੀਂ ਜੌਬ ਦੇ ਵਿੱਚ ਗਏ ਹੋ, ਕਈ ਇਹੋ ਜਿਹੇ ਕੁੱਤੇ ਮਿਲ ਜਾਣਗੇ ਜਿਹੜੇ ਭੌਂਕਣਾ ਸ਼ੁਰੂ ਕਰ ਦੇਣਗੇ, ਤੇਰੇ ਕੋਲੋਂ ਨਹੀਂ ਹੋਣਾ ਕੁਝ ਵੀ, ਤੇਰੇ ਵੱਸ ਦੀ ਗੱਲ ਨਹੀਂ ਹੈ। ਕਹਿੰਦੇ ਨੇ ਨਾ ਲੋਕ, ਕੋਈ ਬਿਜ਼ਨਸ ਸ਼ੁਰੂ ਕਰ ਲਓ ਤੁਸੀਂ, ਤਾਂ ਲੋਕੀ ਇਦਾਂ ਦੀਆਂ ਗੱਲਾਂ ਕਰਦੇ ਨੇ, ਨਹੀਂ ਤੇਰਾ ਬਿਜ਼ਨਸ ਚੱਲਣਾ ਨਹੀਂ, ਇਹ ਗੱਲ ਬਣਨੀ ਨਹੀਂ, ਤੇਰੇ ਕੋਲੋਂ ਕੀਤਾ ਨਹੀਂ ਜਾਣਾ, ਤੇਰੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨ ਵਾਲੇ ਪਾਸੇ ਨੂੰ ਨਿਕਲ ਜਾਓ, ਥੋੜੇ ਬਹੁਤੇ ਲੋਕ ਜਿਹੜੇ ਨੇ ਉਹ ਮਿਲ ਹੀ ਜਾਂਦੇ ਨੇ ਜਿਹੜੇ ਇਹ ਗੱਲਾਂ ਤੁਹਾਨੂੰ ਕਹਿੰਦੇ ਸੁਣ ਜਾਣਗੇ ਵੀ ਤੇਰੇ ਵੱਸ ਦੀ ਗੱਲ ਨਹੀਂ ਹੈ, ਤੇਰੇ ਕੋਲ ਨਹੀਂ ਹੋਣਾ। ਤੁਸੀਂ ਭਾਵੇਂ ਆਪਣਾ YouTube ਚੈਨਲ ਬਣਾਇਆ, ਵੀਡੀਓਜ਼ ਪਾ ਰਹੇ ਹੋ, ਲੋਕ ਕਹਿਣਗੇ ਤੇਰੇ ਵੱਸ ਦੀ ਗੱਲ ਨਹੀਂ ਹੈ ਇਸ ਚੈਨਲ ਨੂੰ ਚਲਾਉਣਾ, ਠੀਕ ਹੈ ਨਾ। ਤੁਸੀਂ ਕੋਈ ਵੀ ਕੰਮ ਕਰ ਲਓ, ਲੋਕਾਂ ਦੀ ਇਹ ਰਾਏ ਹੁੰਦੀ ਹੈ। ਕੁਝ ਕੁ ਕੁੱਤੇ ਇਹੋ ਜਿਹੇ ਹੁੰਦੇ ਹੀ ਹੁੰਦੇ ਨੇ ਜਿਹੜੇ ਭੌਂਕਦੇ ਹੀ ਭੌਂਕਦੇ ਨੇ। ਪਰ ਜੇ ਤੇ ਉਹ ਬੀਬੀ ਕੁੱਤਿਆਂ ਦੇ ਭੌਂਕਣ ਦੀ ਪਰਵਾਹ ਕਰ ਲੈਂਦੀ ਤੇ ਫਿਰ ਉਸ ਬੀਬੀ ਨੂੰ ਪਲਾਸਟਿਕ ਵੇਚ ਕੇ ਜੋ ਪੈਸਾ ਮਿਲਿਆ ਹੈ ਨਾ, ਉਹ ਮਿਲਣਾ ਨਹੀਂ ਸੀਗਾ। ਬੀਬੀ ਨੇ ਕੁੱਤਿਆਂ ਦੇ ਭੌਂਕਣ ਦੀ ਪਰਵਾਹ ਨਹੀਂ ਕੀਤੀ ਤਾਂ ਬੀਬੀ ਨੂੰ ਉਹ ਪੈਸਾ ਮਿਲ ਸਕਿਆ। ਸੇਮ ਟੂ ਸੇਮ ਗੱਲ ਇਸੇ ਤਰ੍ਹਾਂ ਦੀ ਹੈ। ਜੇ ਅਸੀਂ ਵੀ ਕੁੱਤਿਆਂ ਦੇ ਭੌਂਕਣ ਦੀ ਪਰਵਾਹ ਕਰਾਂਗੇ, ਭਾਵ ਅਸੀਂ ਵੀ ਲੋਕਾਂ ਦੇ ਬੋਲਣ ਦੀ ਪਰਵਾਹ ਕਰਾਂਗੇ ਕਿ ਫਲਾਣਾ ਬੰਦਾ ਵੇਖੋ ਆਹ ਬੋਲਦਾ ਪਿਆ ਹੈ, ਫਲਾਣਾ ਤੇ ਮੇਰਾ ਮਜ਼ਾਕ ਬਣਾ ਰਿਹਾ ਹੈ, ਫਲਾਣਾ ਤੇ ਮੇਰੇ ਉੱਤੇ ਹੱਸਦਾ ਪਿਆ ਹੈ, ਇਹ ਫਲਾਣਾ ਤੇ ਮੇਰੇ ਬਾਰੇ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਚੁਗਲੀਆਂ ਕਰਦਾ ਪਿਆ ਸੀਗਾ ਤੇ ਮੈਂ ਇਹ ਜਿਹੜਾ ਕੰਮ ਕਰ ਰਿਹਾ ਨਾ, ਇਹ ਕੰਮ ਕਰਨਾ ਮੈਂ ਬੰਦ ਕਰ ਦਿੰਨਾ। ਵੇਖੋ, ਜੇ ਤੁਹਾਡੇ ਅੰਦਰ ਇਹ ਵਿਚਾਰ ਆ ਗਈ ਨਾ ਕਿ ਇਹ ਲੋਕ ਮੇਰੇ ਤੇ ਹੱਸ ਰਹੇ ਨੇ, ਮੇਰਾ ਮਜ਼ਾਕ ਬਣਾ ਰਹੇ ਨੇ ਤੇ ਮੈਂ ਆਪਣਾ ਕੰਮ ਕਰਨਾ ਬੰਦ ਕਰ ਦਿੰਨਾ, ਇਹ ਬੜਾ ਭੈੜਾ ਖਿਆਲ ਹੈ ਜੋ ਤੁਹਾਡੇ ਅੰਦਰ ਆ ਚੁੱਕਿਆ ਹੈ। ਪਰ ਇਸ ਭੈੜੇ ਖਿਆਲ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ। ਕੋਈ ਗੱਲ ਨਹੀਂ, ਹੱਸਦੇ ਨੇ ਤੇ ਹੱਸੀ ਜਾਣ, ਮਖੌਲ ਬਣਾਉਂਦੇ ਨੇ ਤੇ ਬਣਾਈ ਜਾਣ, ਠੀਕ ਹੈ। ਮੇਰੇ ਬਾਰੇ ਦੇ ਵਿੱਚ ਬਕਵਾਸ ਕਰਦੇ ਨੇ ਤੇ ਕਰੀ ਜਾਣ, ਕਈ ਜਾਣ ਵੀ ਤੇਰੇ ਵੱਸ ਦੀ ਗੱਲ ਨਹੀਂ ਹੈ, ਤੇਰੇ ਕੋਲ ਨਹੀਂ ਹੋਣਾ, ਪਰ ਮੈਂ ਫਿਰ ਵੀ ਕਰਕੇ ਵਿਖਾਵਾਂਗਾ। ਤੁਹਾਡੇ ਅੰਦਰ ਇਹ ਵਿਚਾਰ ਹੋਣੀ ਚਾਹੀਦੀ ਹੈ, ਮੈਂ ਫਿਰ ਵੀ ਇਹ ਕੰਮ ਕਰਾਂਗਾ, ਮੈਂ ਫਿਰ ਵੀ ਇਹ ਕੰਮ ਕਰਕੇ ਵਿਖਾਵਾਂਗਾ ਤੇ ਇਹਨਾਂ ਸਾਰਿਆਂ ਦੇ ਮੂੰਹ ਉਸ ਸਮੇਂ ਆਪੇ ਹੀ ਬੰਦ ਹੋ ਜਾਣਗੇ ਜਦੋਂ ਮੈਂ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਜਾਵਾਂਗਾ। ਜੇ ਤੇ ਤੁਸੀਂ ਆਪਣੇ ਉਸ ਭੈੜੇ ਵਿਚਾਰ ਨੂੰ ਮਾਰ ਦਿੱਤਾ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ,
ਤੇ ਫਿਰ ਕੀ ਹੋਏਗਾ, ਤੁਹਾਡੇ ਜੀਵਨ ਦੇ ਵਿੱਚ ਵੀ ਸੁੱਖ ਆ ਜਾਏਗਾ। ਪਰ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਪਏ, ਲੋਕਾਂ ਦੇ ਹੱਥ ਦੇ ਵਿੱਚ ਆਪਣਾ ਰਿਮੋਟ ਦੇ ਦਿੱਤਾ, ਲੋਕ ਬਟਨ ਦਬ ਕੇ ਤੁਹਾਨੂੰ ਚਲਾਉਣ ਲੱਗੇ ਆਪਣੇ ਹਿਸਾਬ ਦੇ ਨਾਲ, ਸੱਚ ਕਰਕੇ ਜਾਣਿਓ ਤੁਸੀਂ ਸਾਰੀ ਦੀ ਸਾਰੀ ਜ਼ਿੰਦਗੀ ਦੁਖੀ ਹੀ ਰਹੋਗੇ। ਅੱਜ ਬਹੁਤੇ ਬੰਦੇ ਜਿਹੜੇ ਦੁਖੀ ਹੁੰਦੇ ਨੇ ਨਾ ਆਪਣੇ ਜੀਵਨ ਦੇ ਵਿੱਚ, ਉਹ ਪਤਾ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਨੇ ਆਪਣਾ ਰਿਮੋਟ ਜਿਹੜਾ ਹੈ ਨਾ ਉਹ ਲੋਕਾਂ ਦੇ ਹੱਥ ਵਿੱਚ ਦਿੱਤਾ ਹੁੰਦਾ। ਕੋਈ ਬੰਦਾ ਕੁਝ ਆ ਕੇ ਕਹਿ ਜਾਵੇ, ਇਹ ਬੰਦਾ ਦੁਖੀ। ਦੂਜਾ ਆਇਆ, ਉਹ ਆ ਕੇ ਕੋਈ ਗੱਲ ਕਹਿ ਗਿਆ, ਬੰਦਾ ਸੁਖੀ। ਮਤਲਬ ਦੂਜਿਆਂ ਦੇ ਹੱਥ ਵਿੱਚ ਰਿਮੋਟ ਹੈ ਨਾ, ਤਾਈਓ ਤੇ ਲੋਕ ਇਹ ਗੱਲ ਕਹਿੰਦੇ ਨੇ ਨਾ, ਮੈਨੂੰ ਅੱਜ ਫਲਾਣੇ ਨੇ ਦੁਖੀ ਕੀਤਾ ਹੋਇਆ, ਮੈਨੂੰ ਅੱਜ ਫਲਾਣਾ ਆਇਆ ਸੀਗਾ ਤੇ ਮੈਂ ਅੱਜ ਬੜਾ ਖੁਸ਼ ਹਾਂ, ਅੱਜ ਮੈਂ ਬੜਾ ਸੁਖੀ ਹਾਂ। ਇਦਾਂ ਦੀ ਗੱਲਾਂ ਕਰਦੇ ਲੋਕ ਤੁਹਾਨੂੰ ਮਿਲ ਜਾਂਦੇ ਨੇ। ਇਹਦਾ ਅਰਥ ਕੀ ਹੈ? ਵੀ ਸਾਡਾ ਰਿਮੋਟ ਜਿਹੜਾ ਹੈ ਨਾ ਉਹ ਕਿਸੇ ਦੂਜੇ ਦੇ ਹੱਥ ਵਸ ਹੈ। ਆਪਣਾ ਰਿਮੋਟ ਕਿਸੇ ਦੂਜੇ ਦੇ ਹੱਥ ਵਸ ਨਹੀਂ ਦੇਣਾ, ਆਪਣੇ ਹੱਥ ਦੇ ਵਿੱਚ ਰੱਖਣਾ ਹੈ। ਲੋਕ ਭਾਵੇਂ ਜੋ ਮਰਜ਼ੀ ਕਹੀ ਜਾਣ, ਚੰਗਾ ਕਹਿ ਲੈਣ, ਮਾੜਾ ਕਹਿ ਲੈਣ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਚੱਲਣਾ ਹੈ ਤੇ ਮੈਂ ਆਪਣੇ ਹਿਸਾਬ ਨਾਲ ਚੱਲਣਾ ਹੈ। ਮੈਂ ਆਪਣੇ ਗਿਆਨ ਗੁਰੂ ਨੂੰ ਪੁੱਛ ਕੇ ਸਹੀ ਪਾਸੇ ਨੂੰ ਕਦਮ ਪੁੱਟਣਾ ਹੈ ਕਿ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਜਦੋਂ ਮੇਰਾ ਰਿਮੋਟ ਮੇਰੇ ਹੱਥ ਵਸ ਹੋਏਗਾ ਨਾ, ਫਿਰ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ, ਫਿਰ ਮੈਨੂੰ ਕੋਈ ਦੁਖੀ ਨਹੀਂ ਕਰ ਸਕੇਗਾ। ਫਿਰ ਮੈਂ ਜੇਕਰ ਸੁਖੀ ਹੋਣਾ ਚਾਹੁੰਦਾ ਤੇ ਮੈਂ ਸੁਖੀ ਹੋ ਕੇ ਹੀ ਰਵਾਂਗਾ। ਇਸ ਕਰਕੇ ਜਦੋਂ ਕੋਈ ਬੋਲੇ ਵੀ ਤੇਰੇ ਵੱਸ ਦੀ ਗੱਲ ਨਹੀਂ ਹੈ, ਤੇਰੇ ਕੋਲੋਂ ਨਹੀਂ ਇਹ ਕੰਮ ਹੋਣਾ, ਉੱਥੇ ਕੁਝ ਕਹਿਣ ਦੀ ਲੋੜ ਨਹੀਂ ਹੈ। ਬਸ ਆਪਣਾ ਉਦਮ ਕਰਦੇ ਚੱਲੋ ਉਸ ਪਾਸੇ ਨੂੰ। ਜਿਵੇਂ ਉਸ ਬੀਬੀ ਨੇ ਉਦਮ ਕੀਤਾ, ਉਹਨੇ ਪਲਾਸਟਿਕ ਵੇਚ ਕੇ ਪੈਸਾ ਇਕੱਠਾ ਕਰ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਵੀ ਸਹੀ ਪਾਸੇ ਨੂੰ ਉਦਮ ਕਰਦੇ ਜਾਓਗੇ, ਮਿਹਨਤ ਕਰਦੇ ਜਾਓਗੇ ਤੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋ ਸਕਦੇ ਹੋ। ਫਿਰ ਬਾਹਰਲੇ ਤੌਰ ਦੇ ਉੱਤੇ ਭਾਵੇਂ ਤੁਹਾਡਾ ਬਿਜ਼ਨਸ ਹੋਵੇ, ਤੁਹਾਡੀ ਨੌਕਰੀ ਹੋਵੇ, ਕੁਝ ਵੀ ਹੋਵੇ, ਜਾਂ ਤੁਹਾਡੇ ਆਤਮਿਕ ਜੀਵਨ ਦੀ ਗੱਲ ਹੋਵੇ। ਕਈ ਬੰਦੇ ਜਦੋਂ ਆਪਣੇ ਆਪ ਨੂੰ ਸੁਧਾਰਨ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ, ਬੁਰਾਈਆਂ ਛੱਡ ਦਿੰਦੇ ਨੇ, ਚੰਗਿਆਈਆਂ ਅਪਣਾਉਣੀਆਂ ਚਾਹੁੰਦੇ ਨੇ ਆਪਣੇ ਜੀਵਨ ਦੇ ਵਿੱਚ ਤੇ ਉਦਮ ਕਰ ਰਹੇ ਹੁੰਦੇ ਨੇ ਨਾ ਚੰਗਿਆਈਆਂ ਵਾਲੇ ਪਾਸੇ ਨੂੰ, ਤੇ ਕਈ ਲੋਕ ਇਹੋ ਜਿਹੇ ਟੱਕਰਦੇ ਨੇ ਨਾ, ਉਹ ਕਹਿੰਦੇ ਨੇ ਲੈ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੁਣ, ਵੀ ਪਹਿਲਾਂ ਤੂੰ ਇੰਨੇ ਮਾੜੇ ਕੰਮ ਕੀਤੇ ਨੇ ਤੇ ਹੁਣ ਵੇਖੋ ਬਿੱਲੀ ਹੱਜ ਨੂੰ ਚੱਲੀ। ਮਤਲਬ ਮਖੌਲ ਕੀਤਾ ਜਾਂਦਾ ਹੈ, ਮਜ਼ਾਕ ਕੀਤਾ ਜਾਂਦਾ ਹੈ। ਤੇ ਇਹੋ ਜਿਹੇ ਲੋਕਾਂ ਨੂੰ ਇੱਕੋ ਗੱਲ ਕਹਿਣੀ ਚਾਹੀਦੀ ਹੈ ਕਿ ਇਹ ਬਿੱਲੀ ਤਾਂ ਚਲੋ 900 ਚੂਹੇ ਖਾ ਕੇ ਹੱਜ ਨੂੰ ਤੁਰ ਪਈ, 900 ਚੂਹੇ ਖਾ ਕੇ ਤੇ ਹੱਜ ਨੂੰ ਤੁਰ ਪਈ ਨਾ, ਠੀਕ ਹੈ ਮਾੜੇ ਕੰਮ ਕੀਤੇ ਸੀਗੇ, ਪਰ ਅੱਜ ਤੇ ਮੈਂ ਚੰਗੇ ਪਾਸੇ ਨੂੰ ਤੁਰ ਪਿਆ ਨਾ। ਤੇ ਆਹ ਜਿਹੜੀਆਂ ਸਾਹਮਣੇ ਬਿੱਲੀਆਂ ਖਲੋਤੀਆਂ ਨੇ, ਜਿਹੜੀਆਂ ਮੈਨੂੰ ਟਿਚਰਾਂ ਕਰ ਰਹੀਆਂ ਨੇ, ਇਹ ਬਿੱਲੀਆਂ ਕਦੋਂ ਹੱਜ ਨੂੰ ਜਾਣਗੀਆਂ? ਭਾਵ ਤੁਸੀਂ ਕਦੋਂ ਚੰਗੇ ਕੰਮ ਕਰੋਗੇ ਆਪਣੇ ਜੀਵਨ ਦੇ ਵਿੱਚ? ਜਦੋਂ ਵੀ ਤੁਸੀਂ ਨੇਕ ਕਰਮ ਕਰਨ ਲੱਗੋ, ਗੁਣਾਂ ਨੂੰ ਕਮਾਉਣ ਲੱਗੋ, ਸ਼ਰਾਬ ਪੀਣੀ ਬੰਦ ਕਰ ਦਿਓ, ਗਾਲਾਂ ਕੱਢਣੀਆਂ ਬੰਦ ਕਰ ਦਿਓ, ਕਬੋਲ ਬੋਲਣੇ ਬੰਦ ਕਰ ਦਿਓ, ਗਲਤ ਬੰਦਿਆਂ ਦੀ ਸੰਗਤ ਛੱਡ ਦਿਓ, ਤੇ ਜਿਹੜੇ ਲੋਕ ਗਲਤ ਸੰਗਤ ਦੇ ਵਿੱਚ ਪਏ ਹੁੰਦੇ ਨੇ ਨਾ, ਉਹ ਵੀ ਮਖੌਲ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਉਸ ਸਮੇਂ ਪ੍ਰਵਾਹ ਕਰਨ ਦੀ ਲੋੜ ਨਹੀਂ, ਕਿਉਂਕਿ ਪਤਾ ਹੈ ਆਪਾਂ ਸਹੀ ਪਾਸੇ ਨੂੰ ਤੁਰੇ ਹੋਏ ਆ, ਤੇ ਬਸ ਸਹੀ ਪਾਸੇ ਨੂੰ ਤੁਰੇ ਰਹੀਏ। ਭੈੜੇ ਵਿਚਾਰਾਂ ਨੂੰ ਜੇਕਰ ਅਸੀਂ ਮਾਰ ਦੇਵਾਂਗੇ ਆਪਣੇ ਜੀਵਨ ਦੇ ਵਿੱਚੋਂ, ਤੇ ਹੋਏਗਾ ਕਿ ਜਿਹੇ ਮੂਹੇ ਸੁੱਖ ਹੋਏ, ਤਾਂ ਜੀਵਨ ਦੇ ਵਿੱਚ ਸੁੱਖ ਪੱਕਾ ਆਵੇਗਾ ਹੀ ਆਵੇਗਾ, ਜੀਵਨ ਖੁਸ਼ਹਾਲੀ ਦੇ ਨਾਲ ਭਰ ਜਾਵੇਗਾ। ਅਗਲੀ ਪੰਕਤੀ ਵਿੱਚ ਕਬੀਰ ਜੀ ਕਹਿੰਦੇ ਨੇ, ਭਲੋ ਭਲੋ ਸਭ ਕੋ ਕਹੈ। ਜਦੋਂ ਜੀਵਨ ਦੇ ਵਿੱਚ ਫਿਰ ਸੁੱਖ ਆ ਜਾਂਦਾ ਹੈ ਨਾ, ਉਦੋਂ ਵਾਪਰਦਾ ਕੀ ਹੈ? ਉਦੋਂ ਨਾ ਸਭ ਕੋ, ਸਾਰੇ ਜਾਣੇ, ਇਹ ਸਾਰੇ ਜਾਣੇ ਕਿਹਨਾਂ ਦਾ ਜ਼ਿਕਰ ਹੋ ਰਿਹਾ? ਇਹ ਸੰਸਾਰ ਦਾ ਜ਼ਿਕਰ ਨਹੀਂ ਹੋ ਰਿਹਾ, ਲੋਕਾਂ ਦਾ ਜ਼ਿਕਰ ਨਹੀਂ ਹੋ ਰਿਹਾ ਵੀ ਸਾਰੇ ਹੀ ਫਿਰ ਭਲਾ ਭਲਾ ਕਹਿੰਦੇ ਨੇ, ਐਸੀ ਗੱਲ ਨਹੀਂ ਹੈ। ਤੁਸੀਂ ਚੰਗੇ ਪਾਸੇ ਤੁਰ ਕੇ ਵੇਖੋ, ਬੜੇ ਬੰਦੇ ਐਸੇ ਨੇ ਜਿਹੜੇ ਚੰਗੇ ਪਾਸੇ ਤੁਰਦੇ ਨੇ, ਪਰ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਨੇ, ਲੋਕ ਉਹਨਾਂ ਨੂੰ ਕਬੋਲ ਬੋਲਦੇ ਨੇ। ਭਲੇ ਲੋਕਾਂ ਨੂੰ ਵੀ ਲੋਕ ਜੀਣ ਨਹੀਂ ਦਿੰਦੇ, ਮਾੜਾ ਕਹਿੰਦੇ ਨੇ। ਬਾਬਾ ਨਾਨਕ ਜੀ ਨੂੰ ਵੀ ਕਿਹਾ ਨਾ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਜੀ ਨੂੰ ਵੀ ਕਿਹਾ, ਬਾਬਾ ਨਾਨਕ ਜੀ ਨੂੰ ਵੀ ਕਿਹਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਨਾਨਕ ਵਿਚਾਰਾ, ਕਿਸੇ ਨੇ ਬਾਬਾ ਨਾਨਕ ਜੀ ਨੂੰ ਭੂਤਨਾ ਕਿਹਾ, ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਕਬੀਰ ਜੀ ਨੂੰ ਪਾਗਲ ਤੱਕ ਕਹਿ ਦਿੱਤਾ। ਹੁਣ ਕਬੀਰ ਜੀ ਹੋਣ ਭਾਵੇਂ ਬਾਬਾ ਨਾਨਕ ਜੀ ਹੋਣ, ਇਹ ਤਾਂ ਸਹੀ ਪਾਸੇ ਨੂੰ ਤੁਰੇ ਹੋਏ ਨੇ, ਪਰ ਲੋਕਾਂ ਨੇ ਫਿਰ ਵੀ ਮੰਦਾ ਬੋਲਿਆ, ਕਿਉਂਕਿ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਕੋਈ ਚੰਗੇ ਪਾਸੇ ਨੂੰ ਵੀ ਜਾਵੇ, ਕਿਉਂਕਿ ਲੋਕ ਆਪ ਮਾੜੇ ਪਾਸੇ ਤੁਰੇ ਹੋਏ ਨੇ। ਤੇ ਕਬੀਰ ਜੀ ਤੇ ਬਾਬਾ ਨਾਨਕ ਜੀ ਨੂੰ ਕਿਵੇਂ ਉਹ ਬਰਦਾਸ਼ਤ ਕਰ ਸਕਦੇ ਨੇ ਕਿ ਇਹ ਸਹੀ ਪਾਸੇ ਨੂੰ ਜਾਣ?
ਇੱਥੇ ਦੁਨੀਆ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਕਿਹਦੀ ਹੋ ਰਹੀ ਹੈ? ਸਭ ਕੋ ਕਿਹਨੂੰ ਕਿਹਾ ਗਿਆ ਹੈ? ਸਭ ਕੋ ਕਿਹਾ ਗਿਆ ਹੈ ਮੇਰੀਆਂ ਅੱਖਾਂ ਨੂੰ, ਮੇਰੇ ਕੰਨਾਂ ਨੂੰ, ਮੇਰੀ ਜ਼ੁਬਾਨ ਨੂੰ, ਮੇਰੇ ਹੱਥਾਂ ਨੂੰ, ਮੇਰੇ ਪੈਰਾਂ ਨੂੰ, ਮੇਰੇ ਸਰੀਰ ਦੇ ਜਿਹੜੇ ਇੰਦਰੇ ਗਿਆਨ ਇੰਦਰੇ ਨੇ, ਉਹਨਾਂ ਦੀ ਗੱਲ ਹੁੰਦੀ ਪਈ ਹੈ ਇੱਥੇ ਕਿ ਜਦੋਂ ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ ਭੈੜੇ ਵਿਚਾਰਾਂ ਦੇ ਮਰਨ ਕਰਕੇ, ਫਿਰ ਕੀ ਹੁੰਦਾ ਹੈ? ਭਲੋ ਭਲੋ ਸਭ ਕੋ ਕਹੈ। ਇਹ ਅੱਖਾਂ, ਕੰਨ, ਜ਼ੁਬਾਨ, ਹੱਥ, ਪੈਰ, ਇਹ ਸਾਰੇ ਜਣੇ ਪਤਾ ਕੀ ਕਹਿਣ ਲੱਗ ਪੈਂਦੇ ਨੇ ਵੀ ਭਲੋ ਭਲੋ, ਬਸ ਬਹੁਤ ਵਧੀਆ ਹੋਇਆ, ਬਹੁਤ ਵਧੀਆ ਹੋਇਆ, ਬਹੁਤ ਵਧੀਆ ਹੋਇਆ। ਕਿਉਂ ਕਹਿੰਦੇ ਨੇ ਇਹ ਗੱਲ? ਕਿਉਂਕਿ ਭੈੜੇ ਵਿਚਾਰ ਅੱਖਾਂ ਨੂੰ ਵੀ ਭੈੜੇ ਪਾਸੇ ਲੈ ਕੇ ਜਾਂਦੇ ਸੀਗੇ, ਭੈੜੇ ਵਿਚਾਰ ਕੰਨਾਂ ਨੂੰ ਵੀ ਭੈੜੇ ਪਾਸੇ ਨੂੰ ਲੈ ਕੇ ਜਾਂਦੇ ਸੀਗੇ, ਜ਼ੁਬਾਨ ਨੂੰ ਵੀ ਭੈੜੇ ਪਾਸੇ ਨੂੰ ਲੈ ਕੇ ਜਾਂਦੇ ਸੀ ਤੇ ਹੱਥਾਂ ਪੈਰਾਂ ਨੂੰ ਵੀ ਭੈੜੇ ਪਾਸੇ ਨੂੰ ਲੈ ਕੇ ਜਾਂਦੇ ਸੀ। ਤੇ ਜਦੋਂ ਹੁਣ ਭੈੜੇ ਵਿਚਾਰ ਮਰ ਗਏ, ਅੱਖਾਂ ਭੈੜੇ ਪਾਸੇ ਨਹੀਂ ਜਾਂਦੀਆਂ, ਕੰਨ ਭੈੜੇ ਪਾਸੇ ਨਹੀਂ ਜਾਂਦੇ, ਜ਼ੁਬਾਨ ਭੈੜਾ ਨਹੀਂ ਬੋਲਦੀ, ਹੱਥ ਰਿਸ਼ਵਤ ਨਹੀਂ ਲੈਂਦੇ, ਇਹ ਪੈਰ ਜਿਹੜੇ ਨੇ ਉਹ ਸ਼ਰਾਬ ਦੇ ਠੇਕੇ ਤੇ ਨਹੀਂ ਜਾਂਦੇ। ਠੀਕ ਹੈ ਨਾ? ਹੁਣ ਇਹ ਚੰਗੇ ਪਾਸੇ ਨੂੰ ਆ ਗਏ ਸਾਰੇ ਦੇ ਸਾਰੇ ਅੰਗ ਜਿਹੜੇ ਨੇ। ਜ਼ੁਬਾਨ ਨੇ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਹੈ, ਅੱਖਾਂ ਨੇ ਚੰਗਾ ਵੇਖਣਾ ਸ਼ੁਰੂ ਕਰ ਦਿੱਤਾ ਹੈ, ਊਚ ਨੀਚ ਖਤਮ ਹੋ ਗਈ। ਇਹ ਅੱਖਾਂ ਹੁਣ ਊਚ ਨੀਚ ਦਾ ਵਿਤਕਰਾ ਨਹੀਂ ਕਰਦੀਆਂ, ਅਮੀਰ ਗਰੀਬ ਦਾ ਵਿਤਕਰਾ ਨਹੀਂ ਕਰਦੀਆਂ। ਠੀਕ ਹੈ ਨਾ? ਕੰਨਾਂ ਨੇ ਹੁਣ ਜੋ ਸੁਣਨਾ ਸ਼ੁਰੂ ਕੀਤਾ ਹੈ ਉਹ ਸੱਚ ਦੀ ਵਿਚਾਰ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ, ਚੁਗਲੀ ਨਿੰਦਿਆ ਤਿਆਗ ਦਿੱਤੀ ਹੈ। ਇਹ ਕੰਨ ਹੁਣ ਚੰਗੇ ਪਾਸੇ ਨੂੰ ਤੁਰ ਪਏ, ਅੱਖਾਂ ਚੰਗੇ ਪਾਸੇ ਨੂੰ ਤੁਰ ਪਈਆਂ। ਤੇ ਹੁਣ ਇਹ ਜਿਹੜੇ ਸਾਰੇ ਦੇ ਸਾਰੇ ਅੰਗ ਨੇ ਇਹ ਕੀ ਕਹਿ ਰਹੇ ਨੇ? ਭਲੋ ਭਲੋ। ਇਹ ਕਹਿ ਰਹੇ ਬਹੁਤ ਚੰਗਾ ਹੋਇਆ, ਬਹੁਤ ਚੰਗਾ ਹੋਇਆ। ਇਹ ਖੁਸ਼ ਨੇ ਬੜੇ। ਭਲੋ ਭਲੋ ਸਭ ਕੋ ਕਹੈ, ਬੁਰੋ ਨਾ ਮਾਨੈ ਕੋਏ। ਇਹਨਾਂ ਅੰਗਾਂ ਦੇ ਵਿੱਚੋਂ ਕੋਈ ਵੀ ਇਸ ਗੱਲ ਦਾ ਬੁਰਾ ਨਹੀਂ ਮੰਨਦਾ ਕਿ ਭੈੜੇ ਵਿਚਾਰ ਮਰ ਕਿਉਂ ਗਏ। ਇਹ ਸਾਰੇ ਦੇ ਸਾਰੇ ਬੜੇ ਖੁਸ਼ ਨੇ ਕਿ ਚੰਗਾ ਹੋਇਆ ਕਿ ਭੈੜੇ ਵਿਚਾਰ ਮਰ ਗਏ ਤੇ ਅਸੀਂ ਹੁਣ ਚੰਗੇ ਪਾਸੇ ਨੂੰ ਜਾਣ ਲੱਗ ਪਏ ਹਾਂ, ਅਸੀਂ ਭੈੜੇ ਪਾਸੇ ਨੂੰ ਨਹੀਂ ਜਾ ਰਹੇ। ਸੋ ਕਬੀਰ ਜੀ ਨੇ ਜਿਹੜੀ ਵਿਚਾਰ ਇਸ ਸ਼ਲੋਕ ਦੇ ਵਿੱਚ ਸਾਡੇ ਸਾਹਮਣੇ ਰੱਖੀ ਹੈ, ਅੱਜ ਚਾਹੀਦਾ ਹੈ ਕਿ ਅਸੀਂ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਜੋ ਅਸੀਂ ਵੀ ਆਪਣੇ ਜੀਵਨ ਨੂੰ ਖੂਬਸੂਰਤ ਬਣਾ ਸਕੀਏ। ਅਗਲੇਰੇ ਸ਼ਲੋਕ ਦੀ ਵਿਚਾਰ ਲੈ ਕੇ ਮੈਂ ਬਹੁਤ ਜਲਦ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਈ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਮੈਸੇਜ ਦੂਰ ਦੂਰ ਤੱਕ ਜਾ ਸਕੇ। WhatsApp ਤੇ Facebook ਤੇ ਸ਼ੇਅਰ ਕਰ ਦਿਆ ਕਰੋ, ਆਪਣੇ ਗਰੁੱਪਸ ਦੇ ਵਿੱਚ ਪਾਇਆ ਕਰੋ, ਜਿਹੜੇ WhatsApp ਦੇ ਗਰੁੱਪਸ ਬਣੇ ਹੁੰਦੇ ਨੇ, ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਅਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾ ਦਿਓ, ਆਲ ਤੇ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜ ਜਾਵੇ। ਧੰਨਵਾਦ।